ਅਸੀਂ ਰਿਪਬਲਿਕ ਡੇ ਮਨਾਉਂਦੇ ਕਿਉਂ ਹੈ ਪਹਿਲਾਂ ਦੱਸੋ। क्योंकि साडा गणतंत्र दिवस है, इस दिन साडा रूल्स एंड रेगूलेशंस बने सी कंट्री दे। हाँ जी, इस करके मनाते हैं। इंडिया ਨੂੰ ਕਨਸਟੀਟਿਊਸ਼ਨ ਮਿਲੀ ਸੀ 26 ਜਨਵਰੀ 1950 ਵਿੱਚ ਤੇ ਉਸ ਤੋਂ ਬਾਅਦ ਅਸੀਂ ਲਗਾਤਾਰ ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਉਂਦੇ ਆ ਰਹੇ ਹਾਂ। ਤੇ ਲੋਕੀ ਇਹਨੂੰ ਸ਼ਾਇਦ ਰਿਪਬਲਿਕ ਡੇ ਨੂੰ ਇੱਕ ਛੁੱਟੀ ਦਾ ਦਿਨ ਕਹਿੰਦੇ ਨੇ, ਲੇਕਿਨ ਮੈਨੂੰ ਬੜਾ ਮਜ਼ਾ ਆਉਂਦਾ ਹੈ। ਪਰੇਡ ਵਗੈਰਾ ਦੇਖਦੇ ਆ, ਬੱਚੇ ਪਾਰਟਿਸਿਪੇਟ ਕਰਦੇ ਨੇ, ਸਕੂਲ ਵੱਲੋਂ ਵੀ ਪ੍ਰੋਪਰ ਇਹਨਾਂ ਦੇ ਸਕੂਲ ਤੋਂ ਬੁਲਾਇਆ ਜਾਂਦਾ ਹੈ ਤੇ ਆਪਣੇ ਦੇਸ਼ ਨੂੰ ਇੱਕ ਸੈਲੂਟ ਕਰਦੇ ਆ ਤੇ ਬਹੁਤ ਮਜ਼ਾ ਆਉਂਦਾ ਹੈ ਰਿਪਬਲਿਕ ਡੇ ਸੈਲੀਬ੍ਰੇਟ ਕਰਕੇ। ਕੀ ਐਕਟੀਵਿਟੀਜ਼ ਹੁੰਦੀਆਂ ਨੇ, ਕਿੱਦਾਂ ਲੋਕ ਇਹਨੂੰ ਭਾਰਤ ਵਾਸੀ ਸੈਲੀਬ੍ਰੇਟ ਕਰਦੇ ਨੇ? हम लोग अपना फ्लैग वो जो फ्लैग फहराते हैं हर जगह जाके, और लोगों में एक अलग सा उत्साह होता है। कोई भी संविधान किसी भी कंट्री का इट्स अ वेरी बिग थिंग फॉर अ कंट्री, तो फिर मुझे लगता है बच्चों में बेसिकली वो परेड भी निकालते हैं और बड़ा कुछ और भी होता है। जैसे हमारे जो इंडियन कल्चर है उसको बहुत अच्छे से शो किया जाता है, तो ये सब करके हम उसको सेलिब्रेट करते हैं। ਹੈਲੋ ਨਮਸਤੇ, ਸਤਿ ਸ਼੍ਰੀ ਅਕਾਲ ਆਦਾਬ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੁਆ। ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਸਭ ਤੋਂ ਪਹਿਲਾਂ ਲੁਧਿਆਣਾ ਲਾਈਵ ਦੇ ਸਾਰੇ ਦਰਸ਼ਕਾਂ ਨੂੰ ਰਿਪਬਲਿਕ ਡੇ ਦੀਆਂ ਬਹੁਤ-ਬਹੁਤ ਮੁਬਾਰਕਾਂ। ਦੋਸਤੋ ਕੁਝ ਹੀ ਘੰਟੇ ਰਹਿ ਗਏ ਨੇ ਰਿਪਬਲਿਕ ਡੇ ਆਉਣ ਨੂੰ, ਸੋ ਸਾਡਾ ਅੱਜ ਦਾ ਟੌਪਿਕ ਵੀ ਆਈ ਹੈ ਲੁਧਿਆਣਾ ਵਾਸੀਆਂ ਤੋਂ। ਅਸੀਂ ਜਾਣਾਂਗੇ ਕਿ ਰਿਪਬਲਿਕ ਡੇ ਕਿਉਂ ਮਨਾਇਆ ਜਾਂਦਾ ਹੈ। ਸੋ ਆਓ ਫਿਰ ਗੱਲ ਕਰਦੇ ਹਾਂ ਲੁਧਿਆਣਾ ਵਾਸੀਆਂ ਤੋਂ ਔਰ ਜਾਣਦੇ ਹਾਂ ਕਿ ਰਿਪਬਲਿਕ ਡੇ ਕਿਉਂ ਮਨਾਇਆ ਜਾਂਦਾ ਹੈ, ਕੀ ਕਹਿਣਾ ਲੁਧਿਆਣਾ ਵਾਸੀਆਂ ਦਾ। ਆਓ ਦੇਖਦੇ ਹਾਂ ਫਿਰ। ਸਤਿ ਸ਼੍ਰੀ ਅਕਾਲ ਜੀ। सत श्री अकाल जी। ਕੀ ਨਾਂ ਹੈ ਤੁਹਾਡਾ? मेरा नाम रतनदीप कौर है। ਤੁਹਾਡਾ ਕੀ ਨਾਂ ਹੈ? ਮੇਰਾ ਨਾਮ ਏਕਤਾ ਚੋਪੜਾ। ਤੁਹਾਡਾ? ਤਰਨਜੀਤ ਕੌਰ। ਅੱਛਾ, ਬਚਪਨ ਤੋਂ ਅਕਸਰ ਭਾਰਤ ਤਿਉਹਾਰਾਂ ਦਾ ਦੇਸ਼ ਹੈ। ਬਚਪਨ ਤੋਂ ਸਾਨੂੰ ਹਰ ਫੈਸਟੀਵਲ 'ਤੇ ਛੁੱਟੀ ਹੁੰਦੀ ਹੈ ਨਾ। ਔਰ ਸਕੂਲ ਟਾਈਮ 'ਤੇ ਸਾਨੂੰ ਸਾਰਿਆਂ ਨੂੰ ਬਹੁਤ ਸ਼ੌਂਕ ਹੁੰਦਾ ਸੀ ਕਿ ਇਹ ਫੈਸਟੀਵਲ ਹੈ ਤਾਂ ਛੁੱਟੀ ਹੋਵੇ। ਕੁਝ ਹੀ ਘੰਟੇ ਰਹਿ ਗਏ ਨੇ ਰਿਪਬਲਿਕ ਡੇ ਆਉਣ ਵਾਲਾ ਵਾ। ਅਸੀਂ ਰਿਪਬਲਿਕ ਡੇ ਮਨਾਉਂਦੇ ਕਿਉਂ ਹੈ ਪਹਿਲਾਂ ਦੱਸੋ। क्योंकि साडा गणतंत्र दिवस है, इस दिन साडा रूल्स एंड रेगूलेशंस बने सी कंट्री दे। हाँ जी, इस करके मनाते हैं। ਤੁਸੀਂ ਕੀ ਕਹਿਣਾ ਚਾਹੋਗੇ? ਇੰਡੀਆ ਨੂੰ ਕਨਸਟੀਟਿਊਸ਼ਨ ਮਿਲੀ ਸੀ 26 ਜਨਵਰੀ 1950 ਵਿੱਚ ਤੇ ਉਸ ਤੋਂ ਬਾਅਦ ਅਸੀਂ ਲਗਾਤਾਰ ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਉਂਦੇ ਆ ਰਹੇ ਹਾਂ। ਇੰਡੀਅਨ ਕਨਸਟੀਟਿਊਸ਼ਨ ਬਣਿਆ ਸੀਗਾ ਤਾਂ ਇਸ ਕਰਕੇ 26 ਆਫ ਜਨਵਰੀ ਅਸੀਂ ਰਿਪਬਲਿਕ ਡੇ ਮਨਾਉਂਦੇ ਹਾਂ। ਕੀ ਹੋਇਆ ਸੀ, ਕਿੱਦਾਂ ਮਿਲਿਆ ਸੀ? ਕਿੱਦਾਂ ਮਤਲਬ ਆਜ਼ਾਦੀ ਮਿਲ ਗਈ ਸੀ, ਉਸ ਤੋਂ ਬਾਅਦ ਫਿਰ 1950 ਚ ਆਈ ਥਿੰਕ ਸਾਡੇ ਬਣੇ ਸੀ, ਇਹ ਕਨਸਟੀਟਿਊਸ਼ਨ ਬਣਿਆ ਸੀ। ਇਹਦੇ ਵਿੱਚ ਕੁਝ ਰੂਲਸ ਹਰ ਚੀਜ਼ ਵਾਸਤੇ, ਕਿੱਦਾਂ ਕੰਟਰੀ ਚਲਾਉਣੀ ਹੈ, ਹਰ ਕੰਟਰੀ ਨੂੰ ਚਲਾਉਣ ਵਾਸਤੇ ਕੁਝ ਨਾ ਕੁਝ ਰੂਲ ਸੈੱਟ ਕਰਨੇ ਪੈਂਦੇ ਆ। ਇਸ ਤਰ੍ਹਾਂ ਹੀ ਸਾਡੀ ਕੰਟਰੀ 'ਚ ਵੀ ਰੂਲ ਸੈੱਟ ਹੋਏ ਥੇ, ਪ੍ਰੈਜ਼ੀਡੈਂਟ ਦੇ ਅੰਡਰ ਇਹ ਰੂਲ ਸੈੱਟ ਹੁੰਦੇ ਆ। ਹਾਂਜੀ, ਇਸ ਦਿਨ 26 ਜਨਵਰੀ ਨੂੰ ਪ੍ਰੈਜ਼ੀਡੈਂਟ ਆਫ ਇੰਡੀਆ ਹੋਸਟ ਕਰਦੇ ਨੈਸ਼ਨਲ ਫਲੈਗ। ਸਾਡੀ ਡਰਾਫਟਿੰਗ ਕਮੇਟੀ ਬਣੀ ਸੀ, ਸਾਰੇ ਕਨਸਟੀਟਿਊਟਿਵ ਸਾਰੇ ਰਾਈਟਸ ਬਣੇ ਸੀ, ਰਾਈਟ ਟੂ ਫਰੀडम, ਰਾਈਟ ਟੂ ਇਕੁਐਲਿਟੀ, ਰਾਈਟ ਟੂ ਐਜੂਕੇਸ਼ਨ, ਸਾਰੇ 7 ਰਾਈਟਸ ਬਣੇ ਸੀ ਤੇ ਜਿਹੜੇ ਸਾਡੀ ਕੰਟਰੀ ਅੱਜ ਤੱਕ ਫੋਲੋ ਕਰਦੀ ਆ ਰਹੀ ਹੈ। ਇਹ ਰਾਈਟਸ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਰਾਈਟਸ ਦੇ ਨਾਲ ਹੀ ਸਾਡੀ ਕੰਟਰੀ ਜਿਹੜੀ ਅੱਗੇ ਡਿਵੈਲਪ ਹੁੰਦੀ ਹੈ, ਸਾਡੇ ਬੱਚਿਆਂ ਨੂੰ ਸਾਰੀ ਚੀਜ਼ਾਂ ਪਤਾ ਲੱਗਦੀਆਂ। ਸੋ ਬੱਚਿਆਂ ਦੇ ਵਾਸਤੇ ਤਾਂ ਬੇਸਿਕਲੀ ਇੱਕ ਹੌਲੀਡੇ ਹੁੰਦੀ ਹੈ, ਬਟ ਅਦਰਵਾਈਜ਼ ਇਹ ਕੀ ਕਹਿੰਦੇ ਆਪਣੇ ਕਨਸਟੀਟਿਊਸ਼ਨ ਕਰਕੇ ਤੇ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਸਾਰੇ ਇਸ ਦੇ ਨਾਲ ਹੀ ਚੱਲਦੇ ਆ। ਅੱਛਾ, ਤੁਹਾਨੂੰ ਪਤਾ ਕਿ ਸਵੇਰ ਦੇ ਟਾਈਮ ਇੱਕ ਪਰੇਡ ਹੁੰਦੀ ਹੈ ਜਿਹਨੂੰ ਦੇਖਣ ਵਾਸਤੇ ਹਰ ਕੋਈ ਮਿੰਟ ਚੈਨਲਸ ਦੇ ਅੱਗੇ ਬੈਠਾ ਹੁੰਦਾ ਸੀ। ਪਹਿਲੇ ਸਮੇਂ ਦੂਰਦਰਸ਼ਨ 'ਤੇ ਆਉਂਦਾ ਹੁੰਦਾ ਸੀਗਾ, ਅੱਜ ਵੀ ਦੂਰਦਰਸ਼ਨ 'ਤੇ ਆਉਂਦਾ ਕਿਉਂਕਿ ਉਸ ਸਮੇਂ ਕੇਬਲ ਦਾ ਜ਼ਮਾਨਾ, ਕੇਬਲ ਨਹੀਂ ਹੁੰਦਾ ਸੀਗਾ ਨਾ। ਕਿੰਨਾ ਇੰਤਜ਼ਾਰ ਰਹਿੰਦਾ ਸੀ ਉਸ ਪਰੇਡ ਦਾ, ਕਿ ਅੱਜ ਦੇ ਸਮੇਂ ਵੀ ਅੱਜ ਉਹ ਐਕਸਾਈਟਮੈਂਟ ਰਹਿੰਦੀ ਕਿ ਪਰੇਡ ਦੇਖਣੀ ਹੈ, ਸਵੇਰੇ ਝਾਕੀਆਂ ਜਿਹੜੀ ਨਿਕਲਣੀ ਪੂਰੇ ਰਾਜਾਂ ਦੀ। ਸਵੇਰੇ 8 ਵਜੇ 8:30 ਵਜੇ ਟੀਵੀ ਦੇ ਅੱਗੇ ਬੈਠ ਜਾਂਦੇ ਸੀ ਕਿਉਂਕਿ 9 ਵਜੇ ਪਰੇਡ ਸ਼ੁਰੂ ਹੋ ਜਾਂਦੀ ਸੀ। ਸਾਰੇ ਦੇਸ਼ ਦੇ ਅਲੱਗ-ਅਲੱਗ ਰਾਜਾਂ ਦੀ ਝਾਕੀਆਂ ਦੇਖ ਕੇ ਇੰਜੋਏ ਕਰਦੇ ਸੀ ਕਿ ਉੱਥੇ ਕੀ ਹੋ ਰਿਹਾ, ਉਹਨਾਂ ਦਾ ਕਲਚਰ, ਉਹਨਾਂ ਦਾ ਫੂਡ, ਉਹਨਾਂ ਦਾ ਹੈਰੀਟੇਜ ਦੇਖਣ ਨੂੰ ਮਿਲਦਾ ਸੀ। ਔਰ ਖਾਸ ਕਰਕੇ ਆਪਣੀ ਜਿਹੜਾ ਸਟੇਟ ਹੁੰਦਾ ਸੀ ਨਾ, ਉਹਦੀ ਝਾਂਕੀ ਦਾ ਤੇ ਖਾਸ ਅਸੀਂ ਵੇਟ ਕਰਦੇ ਰਹਿੰਦੇ ਸਾਂ। ਦੇਖੋ ਉਹ ਪਿੱਛੇ ਸਾਡੀ ਵੀ ਝਾਂਕੀ ਆ ਰਹੀ ਹੈ, ਉਹ ਸਾਡੀ ਪੰਜਾਬ ਦੀ ਝਾਂਕੀ ਆ ਰਹੀ ਹੈ। ਮਤਲਬ ਸਾਰੀਆਂ ਝਾਂਕੀਆਂ ਬਹੁਤ ਅਟਰੈਕਟਿਵ ਔਰ ਬਹੁਤ ਅੱਛੀਆਂ ਬਣੀਆਂ ਹੁੰਦੀਆਂ ਨੇ, ਬਟ ਕਿਤੇ ਨਾ ਕਿਤੇ ਉਹ ਚੀਜ਼ ਆਈ ਜਾਂਦੀ ਕਿ ਹਾਂ ਦੇਖੋ ਹੁਣ ਪੰਜਾਬ ਵਾਲੀ ਵੀ ਆ ਰਹੀ ਹੈ, ਇਹ ਜੰਮੂ ਕਸ਼ਮੀਰ ਵਾਲੀ ਆ ਰਹੀ ਹੈ। ਹਾਂਜੀ, ਕੋਈ ਚੀਜ਼ਾਂ ਬਹੁਤ ਅਟਰੈਕਸ਼ਨ ਦੀਆਂ ਹੁੰਦੀਆਂ ਸੀਗੀਆਂ। ਪਹਿਲਾਂ ਹੁੰਦਾ ਸੀ ਕਿ ਮੁੰਡੇ ਬੁਲਟ 'ਤੇ ਆਉਂਦੇ ਸੀਗੇ, ਹੈ ਨਾ। ਉਹ ਅੱਜ ਕੱਲ੍ਹ ਕੁੜੀਆਂ ਵੀ ਆ ਰਹੀਆਂ ਨੇ ਪ੍ਰੋ ਐਜ਼ ਇਟ, ਉਹ ਝਾਂਕੀ ਦੇ ਵਿੱਚ ਉਹ ਇੰਤਜ਼ਾਰ ਰਹਿੰਦਾ ਹੈ ਨਾ। ਉਸ ਤੋਂ ਬਾਅਦ ਆਰਮੀ ਦੇ ਪਲੇਨਸ ਨੇ ਉਹ ਉੱਪਰੋਂ ਜਾ ਰਹੇ ਹੁੰਦੇ ਨੇ, ਹੈਲੀਕਾਪਟਰ ਜਾ ਰਹੇ ਹੁੰਦੇ, ਜਿਵੇਂ ਆਪਾਂ ਅਪਾਚੇ ਲੈ ਲਿਆ, ਸ਼ਿਨੂਕ ਲੈ ਲਿਆ, ਇਹ ਚੀਜ਼ਾਂ ਵੀ ਹੁਣ ਦੇਖਣ ਨੂੰ ਮਿਲ ਰਹੀਆਂ। ਹਾਂ, ਉਹ ਸਭ ਵੂਮੈਨਸ ਵੀ ਆ ਰਹੀ ਹੈ ਅੱਗੇ, ਸਾਰੇ ਵਾਹੀਕਲਸ ਵੀ ਆ ਰਹੇ ਹੈ, ਸ਼ੋ ਕਰਦੇ ਆ ਕਿ ਵੂਮਨ ਐਂਡ ਮੈਨ ਆਰ ਇਕੁਅਲ ਇਨ ਦਾ ਕੰਟਰੀ। ਅਤੇ ਸਾਨੂੰ ਗਰਵ ਹੈ ਕਿ ਅਸੀਂ ਇੰਡੀਆ ਦੇ ਵਸਨੀਕ ਹਾਂ। ਐਕਸਕਿਊਜ਼ ਮੀ। ਉੱਪਰ ਪਲੇਨ ਵੀ ਨਾ ਕਰਦੇ ਆ, ਕਰਤਬਬਾਜੀ ਵਗੈਰਾ, ਉਹ ਵੀ ਬਹੁਤ ਅੱਛੀ ਲੱਗਦੀ ਹੈ। ਸਭ ਕੁਝ ਦੇਖਣ ਨੂੰ ਮਿਲਦਾ ਹੈ, ਈਵਨ ਕਿ ਜਿਹੜੇ ਆਪਣੇ ਸੋਲਜਰਸ ਹੈ ਉਹ ਵੀ ਆਉਂਦੇ ਹੈ, ਸਾਰੇ ਮਤਲਬ ਸਲਾਮੀਆਂ ਮਿਲਦੀਆਂ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਿਨ੍ਹਾਂ ਬੱਚਿਆਂ ਨੂੰ ਨਹੀਂ ਪਤਾ ਲੱਗਦਾ, ਉਹ ਸਾਰਾ ਕੁਝ ਉਹ ਟੀਵੀ ਤੋਂ ਦੇਖ ਕੇ ਬੱਚੇ ਸਿੱਖਦੇ ਵੀ ਆ, ਉਹਨਾਂ ਨੂੰ ਪਤਾ ਵੀ ਲੱਗਦਾ। ਜੋ ਕਲਾਸ 'ਚ ਅਗਰ ਕੁਝ ਨਹੀਂ ਵੀ ਕੁਝ ਮਿਸਿੰਗ ਵੀ ਹੋ ਜਾਂਦਾ ਤਾਂ ਉਹ ਇਸ ਟੀਵੀ ਔਰ ਸੋਸ਼ਲ ਮੀਡੀਆ ਸਾਰਾ ਪੂਰਾ ਕਰ ਦਿੰਦਾ। ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ? ਕਿ ਇਹੀ ਆਪਣਾ ਦੇਸ਼ ਹੈ, ਇੰਡੀਆਜ਼ ਵੈਰੀ ਬਿਗ ਐਂਡ ਵਾਸਟ ਕੰਟਰੀ। ਇਸ ਨੂੰ ਵਧਾਓ,
अच्छे अच्छे रूल्स फॉलो करो सारे इंडिया के कॉन्स्टिट्यूशन ने जो भी पंडित जवाहरलाल नेहरू ने डॉक्टर राजेंद्र प्रसाद ने साढ़े वास्ते ड्राफ्टिंग कमेटी रूल्स बनाए हैं उन्हें फॉलो करो तो अडॉप्ट करो। ਤੁਸੀਂ ਕਹਿਣਾ ਚਾਹੋ? मैं ये कहना चाहांगी कि मेरा देश है महान तो इो है साडी शान तो सानू सब नू मिल जुल के आपसी भाईचारे नाल रहना चाहिए, साडा ये मैसेज है। थैंक यू। ਮੈਂ ਕਹਿਣਾ ਚਾਹਾਂਗੀ ਕਿ ਜਿਹੜਾ ਆਪਣਾ ਦੇਸ਼ ਹੈ ਉਹਦੇ 'ਚ ਇੰਨਾ ਕੁ ਕਲਚਰ ਹੈ ਕਿ ਬੱਚਿਆਂ ਨੂੰ ਹਰ ਕਲਚਰ ਬਾਰੇ ਨੌਲੇਜ ਹੋਣੀ ਚਾਹੀਦੀ ਹੈ ਔਰ ਹਰ ਸਟੇਟ ਬਾਰੇ ਪਤਾ ਹੋਣਾ ਚਾਹੀਦਾ ਔਰ ਇਸ ਤੋਂ ਆਪਾਂ ਨੂੰ ਹਰ ਬੱਚੇ ਨੂੰ ਆਪਾਂ ਦੱਸ ਸਕਦੇ ਹਾਂ ਕਿ ਆਪਣੇ ਪੰਜਾਬ ਦੇ ਵਿੱਚ ਇਹ ਕੁਝ ਹੁੰਦਾ ਔਰ ਜੰਮੂ ਕਸ਼ਮੀਰ 'ਚ ਇਹ ਕੁਝ ਹੁੰਦਾ, ਹਰ ਤਰ੍ਹਾਂ ਦਾ ਮਤਲਬ ਸਾਊਥ ਵਿੱਚ ਸਭ ਬੱਚਿਆਂ ਨੂੰ ਇਸ ਚੀਜ਼ ਤੋਂ ਪਤਾ ਚੱਲਦਾ। ਸਤਿ ਸ਼੍ਰੀ ਅਕਾਲ ਜੀ। सत श्रीकाल जी। ਨਾਮ ਹੈ ਤੁਹਾਡਾ? मेरा नाम है उमा गुप्ता। रिपब्लिक डे आने कुछ ही घंटे रह गए, क्यों मनाया जाए? रिपब्लिक डे 26 जनवरी को जो मनाया जाता है, इस दिन हमारा संविधान बना था तो इसलिए हम इसको बहुत धूमधाम से सेलिब्रेट करते हैं। इट्स अ वेरी बिग डे ऑफ इंडिया। इस दिन की एक्टिविटीज़ होंगी ने कितना लोग इन्हें भारतवासी सेलिब्रेट करते हैं? हम लोग अपना फ्लैग वो जो फ्लैग फहराते हैं हर जगह जाके और लोगों में एक अलग सा उत्साह होता है। कोई भी संविधान किसी भी कंट्री का इट्स अ वेरी बिग थिंग फॉर अ कंट्री। तो फिर मुझे लगता है बच्चों में बेसिकली वो परेड भी निकालते हैं और बड़ा कुछ और भी होता है, जैसे हमारे जो इंडियन कल्चर है उसको बहुत अच्छे से शो किया जाता है। तो ये सब करके हम उसको सेलिब्रेट करते हैं। क्या कहना चाहेंगे लुधियाना वासियों के इस मौके पर? लुधियाना वासियों को तो ये कहेंगे कि थोड़ा अच्छे से रहिए, अपनी सड़कों को ठीक कीजिए इस रिपब्लिक डे पे, और नहीं तो कुछ यही कसम खा लीजिए कि हमने ट्रैफिक के नियमों का बड़े अच्छे से पालना करना है, क्योंकि इस टाइम जो सबसे बड़ी लुधियाना की प्रॉब्लम है दैट इज़ ट्रैफिक। यू वॉन्ट बिलीव कि अभी आगे पीछे गाड़ी निकलती थी ना तो आपने कहीं जाना है 5-10 मिनट्स का रास्ता तो 5 मिनट पहले लेके चलते थे, लेकिन अभी इट टेक्स 1 hour टू रीच एनी प्लेस। तो मुझे लगता है कि सबसे पहले लुधियाना वासियों को तो अपनी सड़कों और अपनी ट्रैफिक को लेके गणतंत्र दिवस पे यही वाला सबसे पहले वचन निभाना चाहिए। की ना ਤੁਹਾਡਾ? हाँ जी, मैं डॉली डैंग। ਤੁਹਾਡਾ ਕੀ ਨਾਮ ਹੈ? रेनू। ਅੱਛਾ, ਬਚਪਨ ਦਾ ਅਸੀਂ ਫੈਸਟੀਵਲ ਬਹੁਤ ਸਾਰੇ ਆਉਂਦੇ, ਭਾਰਤ ਤਿਉਹਾਰਾਂ ਦਾ ਦੇਸ਼ ਹੈ ਤੇ ਕੁਝ ਹੀ ਘੰਟੇ ਰਹਿ ਗਏ ਨੇ ਰਿਪਬਲਿਕ ਡੇ ਆਉਣ ਵਾਲਾ ਹੈ। ਅਸੀਂ ਰਿਪਬਲਿਕ ਡੇ ਕਿਉਂ ਮਨਾਉਂਦੇ ਹਾਂ? ਬਿਕੋਜ਼ ਸਾਡਾ ਕਨਸਟੀਟਿਊਸ਼ਨ ਉਸ ਦਿਨ ਅਸੀਂ ਸਟਾਰਟ ਕੀਤਾ ਸੀ 1950 ਨੂੰ। So it's 74 years we are going to celebrate our Republic Day. So very proud moment for all of us. ਉਸ ਦਿਨ ਕੀ ਐਕਟੀਵਿਟੀਜ਼ ਹੁੰਦੀਆਂ, ਕੀ ਹੁੰਦਾ ਹੈ ਉਸ ਦਿਨ, ਕਿੱਦਾਂ ਆਪਾਂ ਸੈਲੀਬ੍ਰੇਟ ਕਰਦੇ ਹਾਂ ਇਹਨੂੰ? ਕਿੱਦਾਂ ਮਤਲਬ ਉਹੀ ਹੁੰਦਾ ਮੇਨ ਤੇ ਫਲੈਗ ਹੋਇਸਟਿੰਗ ਹੁੰਦੀ ਹੈ ਵੇ। ਇਨਫੈਕਟ ਮੈਂ ਕੁਮਾਰ ਮੰਡੀ ਰਹਿੰਦੀ ਹਾਂ ਫਲੈਟਸ ਵਿੱਚ, ਸਾਡੇ ਫਲੈਟਸ ਵਿੱਚ ਵੀ ਕਾਲੋਨੀ ਵਿੱਚ ਰਾਣੀ ਝਾਂਸੀ ਐਨਕਲੇਵ ਅਸੀਂ ਵੀ ਸੈਲੀਬ੍ਰੇਟ ਰਿਪਬਲਿਕ ਡੇ ਬਾਈ ਹੋਇਸਟਿੰਗ ਦਾ ਫਲੈਗ। ਕੀ ਕਹਿਣਾ ਚਾਹੋਗੇ ਲੁਧਿਆਣਾ ਵਾਸੀਆਂ ਨੂੰ? ਲੁਧਿਆਣਾ ਵਾਸੀਆਂ ਨੂੰ ਹੈਪੀ ਰਿਪਬਲਿਕ ਡੇ। ਫਿਲਹਾਲ ਜੋ ਹੈ ਤਿਉਹਾਰ ਅਸੀਂ ਉਹੀਓ ਕਵਾਂਗੇ। ਅੱਜ ਕੱਲ੍ਹ ਤੇ ਖੈਰ ਪੋਲਿਊਸ਼ਨ है ना, पॉल्यूशन बहुत ज़्यादा है वे, कंस्ट्रक्शन बहुत ज़्यादा है, इंफ्रास्ट्रक्चर वैसे ज़रूरत है बट की कहते हैं लुधियाना आजकल खुदा हुआ है। बस यही कहना चाहते हैं जल्दी जल्दी ठीक करो, फ्लाईवेज बनाओ तो बस, और दिखावे पे ना जाओ। बी ओरिजिनल लाइक अस। मनाते क्यों ऐसे 26 जनवरी? कितनी बारी बनाने हैं, डॉल डैंग बोलेगी। डॉली टैंक बोल चुकी है वे। रिपब्लिक डे, हैप्पी रिपब्लिक डे, हैप्पी रिपब्लिक डे, हैप्पी रिपब्लिक डे। वंदे मातरम, वंदे मातरम, वंदे मातरम। हाँ जी, की ना थोड़ा? सत श्री अकाल जी, मेरा नाम गोल्डी सिंह है। कुछ ही घंटे रह गए रिपब्लिक डे आने, सिर्फ रिपब्लिक डे सैलीब्रेट क्यों करते हैं? ਅਸੀਂ ਰਿਪਬਲਿਕ ਡੇ ਇਸ ਕਰਕੇ ਸੈਲੀਬ੍ਰੇਟ ਕਰਦੇ ਹਾਂ ਕਿਉਂਕਿ ਸਾਡਾ ਦੇਸ਼ ਆਜ਼ਾਦ ਹੋਇਆ ਸੀ। ਇਟਸ ਅ ਕਨਸਟੀਟਿਊਸ਼ਨ ਡੇ ਐਂਡ ਅੰਗਰੇਜ਼ ਭਾਰਤ ਛੱਡ ਕੇ ਚਲੇ ਗਏ ਸੀ ਤੇ 1950 ਵਿੱਚ ਸਾਡਾ ਦੇਸ਼ ਆਜ਼ਾਦ ਹੋਇਆ ਸੀ ਤੇ ਲੋਕੀ ਇਹਨੂੰ ਸ਼ਾਇਦ ਰਿਪਬਲਿਕ ਡੇ ਨੂੰ ਇੱਕ ਛੁੱਟੀ ਦਾ ਦਿਨ ਕਹਿੰਦੇ ਨੇ, ਲੇਕਿਨ ਮੈਨੂੰ ਬੜਾ ਮਜ਼ਾ ਆਉਂਦਾ ਹੈ। ਪਰੇਡ ਵਗੈਰਾ ਦੇਖਦੇ ਆ, ਬੱਚੇ ਪਾਰਟਿਸਿਪੇਟ ਕਰਦੇ ਨੇ, ਸਕੂਲ ਵੱਲੋਂ ਵੀ ਪ੍ਰੋਪਰ ਇਹਨਾਂ ਦੇ ਸਕੂਲ ਤੋਂ ਬੁਲਾਇਆ ਜਾਂਦਾ ਹੈ ਤੇ ਆਪਣੇ ਦੇਸ਼ ਨੂੰ ਇੱਕ ਸੈਲੂਟ ਕਰਦੇ ਆ ਤੇ बहुत मज़ा आता है रिपब्लिक डे सेलिब्रेट करके। थैंक यू। की ना ਤੁਹਾਡਾ ਜੀ? ਕੁੱਕੂ ਗਰੇਵਾਲ। ਕੁੱਕੂ ਜੀ, ਕੁਝ ਹੀ ਘੰਟੇ ਰਹਿ ਗਏ ਨੇ 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਸਾਨੂੰ, ਅਸੀਂ ਕਿਉਂ ਮਨਾਉਂਦੇ ਹਾਂ? ਕਿਉਂਕਿ ਉਸ ਦਿਨ ਆਪਣਾ ਦੇਸ਼ ਆਜ਼ਾਦ ਹੋਣ ਤੋਂ ਬਾਅਦ ਪਹਿਲੀ ਵਾਰੀ ਗਣਤੰਤਰ ਰਾਜ ਘੋਸ਼ਿਤ ਹੋਇਆ ਸੀਗਾ, ਉਹਦੀ ਖੁਸ਼ੀ ਵਿੱਚ ਆਪਾਂ 26 ਜਨਵਰੀ ਦਾ ਦਿਹਾੜਾ ਮਨਾਉਂਦੇ ਹਾਂ। ਉਸ ਦਿਨ ਕੀ ਐਕਟੀਵਿਟੀਜ਼ ਹੁੰਦੀ, ਕਿੱਦਾਂ ਦੇਸ਼ ਨੂੰ ਸੈਲੀਬ੍ਰੇਟ ਕਰਦੇ ਹਾਂ? ਸਾਰੇ ਹਾਸੀ ਖੁਸ਼ੀ ਸਕੂਲਾਂ ਵਾਲੇ ਸਾਰੇ ਆਪਣੇ ਪ੍ਰੋਗਰਾਮ ਕਰਦੇ ਆ, ਜਿੰਨੇ ਵੱਡੇ ਵੱਡੇ ਨੇਤਾ ਨੇ ਉਹ ਝੰਡੇ ਵਗੈਰਾ ਫਹਿਰਾ ਕੇ ਸਾਰੇ ਪਾਸੇ ਢੋਲ ਨਗਾੜੇ ਵੱਜਦੇ ਆ। ਬਹੁਤ ਹੀ ਜ਼ਿਆਦਾ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ ਕਿ ਅਸੀਂ ਆਜ਼ਾਦੀ ਦਾ ਮੂੰਹ ਦੇਖਿਆ। ਇੰਨੇ ਸੰਘਰਸ਼ ਤੋਂ ਬਾਅਦ ਉਸ ਤੋਂ ਬਾਅਦ ਅੱਜ ਵੀ ਅਸੀਂ ਉਸ ਚੀਜ਼ ਨੂੰ ਉਵੇਂ ਹੀ ਇੰਜੋਏ ਕਰ ਰਹੇ ਹਾਂ ਜਿਸ ਨੇ ਅਸੀਂ ਪਹਿਲੇ ਦਿਨ ਕੀਤੀ ਸੀ। ਕਿੰਨੀ
एक्साइटमेंट रहती 26 जनवरी क्योंकि उस दिन छोटे होंगे तो परेड आनी होंगी सी असं परेड देख के खुश होंगे कि एरोप्लेन निकलने उपरों हैलीकॉप्टर्स निकलने हैं कितना एक्साइटमेंट रहता एक्साइटमेंट हुण भी बहुत ज़्यादा रहिंदा क्योंकि एक जी फीलिंग ही है एक भी असीं आज़ाद होए हैं ये फीलिंग ही बहुत वड्डी चीज़ है कि जिन्हें हर दिन आपां नूं लगदी है आपां अज आपां नूं आ चीज़ मिली है सो वी आर एक्साइटमेंट इसलिए हो जाते हैं कि सानूं रोज़ वो दिन नवां लगता है कि अज साडे लिए नवां दिन होया इस मौके ते लुधियाना बस मैं लुधियाने के वासियों वास्ते यही कहना चाहूँगी कि आराम दे नाल इनू मनाया जाए तो रस्ते रुस्ते ब्लॉक ना किए जान प्रॉपर वेज छड्डे जान ताकि लोगों को आने जाने वालों कोई तकलीफ ना हो दिन भी मनाना तो व्यवस्था भी ठीक रखना। अमिता जी कुछ ही घंटे रह गए रिपब्लिक डे आने से क्यों मनाने रिपब्लिक ऑफ कोर्स आज के दिन हमारा संविधान पास हुआ था है ना इसी वजह से हम रिपब्लिक डे मनाते हैं। एक्टिविटीज़ रहती है कैसे मनाते हैं पूरा देश को कैसे मनाते हैं? पूरा देश तो देखो वहाँ इंडिया गेट पे सारी वो निकलती है झांकियाँ वगैरह है ना तो परेड होती है तो हमारा जो दिल्ली है वो तो ऐसे मनाता है। स्कूल्स में भी मनाया जाता है जैसे बच्चों से प्रोग्राम कराए जाते हैं है ना हमारी आज़ादी का बच्चों को थ्रू फंक्शन प्रोग्राम कल्चर एक्टिविटी के थ्रू उनको समझाया जाता है कि हमारी आज़ादी की क्या वैल्यू है ना तो प्रोग्राम के ज़रिए जो एक्टिविटीज़ के ज़रिए समझाया जाता है। तो हमारे जो ये वुमेंस के क्लब हैं लुधियाना में या हर सिटी में मेरे ख्याल से तो ये वुमेंस भी अपने कल्चर को प्रमोट करके और हमारे जो शहीद हुए हैं जिन्होंने आज़ादी में अपना योगदान दिया है उनको याद करके उनको सैल्यूट करके ध्वजारोहण करके है ना झंडा लहरा के हम सैल्यूट करके उन शहीदों को श्रद्धांजलि देते हैं। बहुत ज़्यादा एक्साइटमेंट रहती थी कि परेड में हमें ऊपर से हेलीकॉप्टर जाते दिखते थे है ना एरोप्लेन जाते दिखते थे करतब करते थे मोटरसाइकिल पे लोग आते थे 10-15 होती थी ना वही मैं कह रही हूँ दिल्ली में एक्साइटमेंट रहती है आज के तब हाँ अभी मेरे ख्याल से कम हो गया है। जब ब्लैक एंड वाइट था तब से एक्साइटमेंट ज़्यादा होती थी तो हम जब छोटे थे तब टीवी ऑन करके वो परेड देखते थे कि शुरू हो गया है झंडा अभी प्रधानमंत्री जी है ना वही चीज़ था अच्छा लगता था तब अब सब कम हो गया है। अट्रैक्शन क्या रहती है किस चीज़ की अट्रैक्शन रहती थी? ऑफकोर्स झंडा हमारा तिरंगा जब लहराता है तो वो अच्छा लगता है देख के और जब हमारी अलग अलग हमारी जितने भी सैनिकों की टुकड़ियां हैं अलग अलग जो हमारा है नौसेना है ना हमारे वायुसेना उनका जो परेड होता है जब भी आप कह रहे थे मोटरसाइकिल वाला तो वो देख के अच्छा लगता था। मेरे ख्याल अभी भी पेरेंट्स को बच्चों को ये चीज़ें दिखानी चाहिए है ना तो ये हमारा कल्चर था ऐसे हम सेलिब्रेट करते थे। अब चेंज हो गया तरीका शायद सेलिब्रेट करने का। क्या कहना चाहेंगे इस मौके पर लुधियाना वासियों का क्या मैसेज देना चाहेंगे? लुधियाना वासियों को मैं यही मैसेज देना चाहूँगी रिपब्लिक डे के लिए आप कह रहे हो तो बस यही कहना चाहूँगी हमें जो चीज़ इतनी मुश्किल से मिली है हमें उसकी रिस्पेक्ट करनी चाहिए। तो अपने अपने लेवल पे सभी को ही अपने देश के लिए अपनी कम्युनिटी के लिए अपने एरिया के लिए कुछ ना कुछ कार्य करते रहना चाहिए है ना। जी की ना थोड़ा रेखा कौशल कुछ ही घंटे रह गए ने रिपब्लिक डे सैलीब्रेट करन नूं की रिपब्लिक डे सब तो पहले मनाया क्यों इंडिपेंडेंट रिपब्लिक साडा गणतंत्र दिवस साडा संविधान उस दिन बनिया सी इस करके मनाया जाता है। ਆਪਾਂ ਨੂੰ ਸੈਲੀਬ੍ਰੇਟ ਕਰਦੇ ਉਸ ਦਿਨ ਕੀ ਐਕਟੀਵਿਟੀਜ਼ ਝੰਡਾ ਲਹਿਰਾਉਂਦੇ ਆ ਸੈਲੀਬ੍ਰੇਸ਼ਨਸ ਹੁੰਦੀ ਹੈ ਸਾਡੇ ਦੇਸ਼ ਭਗਤੀ ਦੇ ਗਾਣੇ ਗਾਏ ਜਾਂਦੇ ਆ ਪੋਇਟਰੀਜ਼ ਹੁੰਦੀਆਂ ਵੈ ਔਰ ਜਿਹੜੇ ਲੋਕਾਂ ਨੇ ਦੇਸ਼ ਲਈ ਕੁਝ ਕੀਤਾ ਉਹਨਾਂ ਨੂੰ ਆਨਰ ਕੀਤਾ ਜਾਂਦਾ ਵੈ ਜਿਹੜੇ ਸੋਸ਼ਲ ਵਰਕਰਸ ਹੈ ਉਹਨਾਂ ਨੂੰ ਉਸ ਦਿਨ ਆਨਰ ਕੀਤਾ ਜਾਂਦਾ ਹੈ ਇਸ ਕਰਕੇ ਮਨਾਉਂਦੇ ਆ। ਇੱਕ ਸੰਵਿਧਾਨ ਉਸ ਦਿਨ ਆਪਣਾ ਬਣਿਆ ਸੀ। हाँ जी उस दिन सब तो अट्रैक्शन जी चीज़ होंगी कि सवेरे सवेरे बचपन जो होंगे बचपन के दिनों सवेरे सवेरे टीवी पर बहते क्योंकि उस दिन परेड जानी होती है और छोटे होंगे अक्सर बच्चों बात होंगे कि वो एरोप्लेन देख के घरों बाहर आ जाते हैं तो उस दिन वो विमान जो दिखाए जाते थे वायु सेना तो परेड के दौरान हैलीकॉप्टर दिखाए जाते कितनी एक्साइटमेंट रहती उस वक्त तो बहुत होंगी सी हुण चीज़ां बहुत चेंज हो गई नाले नवीं जनरेशन में इन्हां चीज़ां नाल कोई मतलब नहीं रहा मीडिया का टैक्नोलॉजी का रोल बहुत चेंज हो गया पर फिर भी अज भी असी अपना जड़ा 26 जनवरी दिल्ली च होंदा है असी पूरा सवेरे उठ के जरूर देखते हैं। लुधियाना वासियों ने इस मौके लुधियाना इज़ अ सिटी ऑफ लाइफ। आई विश इट विल रिमेन द सेम एज लॉन्ग एज इट गॉन फॉर एवर टिल द लाइफ इज इट हैज़ टू बी ऑन द टॉप। सुनना चाहूँगा सुने देशभक्ति का कोई गीत? देशभक्ति के सारे गीत बहुत अच्छे लगते हैं कोई भी है मेरा रंग दे बसंती चोला मायनी मेरा रंग दे दैट्स ऑल थैंक यू। सत श्री अकाल जी। शिकार मेरा नाम मंजू सेठी है जी। ਤੁਹਾਡਾ ਕੀ ਨਾਮ ਹੈ? सोनिया छाबड़ा जी। अच्छा गल करिए तो कुछ ही घंटे रह गए ने रिपब्लिक डे आने है ना तो बचपन तो बहुत इंतजार रहता से रिपब्लिक डे आने का उनके परेड का सब तो पहले दसो कि रिपब्लिक डे मनाया क्यों जाता है?
ਇਸ ਦਿਨ ਸਾਡੇ ਦੇਸ਼ ਦਾ ਜਿਹੜਾ ਕਾਨੂੰਨ ਹੈ ਉਹ ਲਾਗੂ ਕੀਤਾ ਗਿਆ ਸੀ 1950 ਦੇ ਵਿੱਚ। ਤੇ ਕਾਨੂੰਨ ਤੇ ਪਹਿਲਾਂ ਮੈਨੂੰ ਪਤਾ ਨਹੀਂ ਕਿ ਲੋਕ ਮੰਨਦੇ ਰਹੇ ਨੇ ਕਿ ਨਹੀਂ ਮੰਨਦੇ ਰਹੇ, ਹੁਣ ਤੇ ਮੋਦੀ ਜੀ ਜ਼ਬਰਦਸਤੀ ਸਾਰੇ ਕਾਨੂੰਨ ਥੋਪ ਕੇ ਮਨਾ ਦਿੰਦੇ ਨੇ। ਪਰ ਬੜਾ ਫਖਰ ਹੁੰਦਾ ਸਾਨੂੰ ਕਿ ਆਪਾਂ ਇੰਨੇ ਪਿਆਰੇ ਦੇਸ਼ ਦੇ ਵਾਸੀ ਹਾਂ, ਆਪਣੇ ਦੇਸ਼ ਦੇ ਉੱਪਰ ਬੜਾ ਮਾਣ ਹੈ ਤੇ ਪ੍ਰਮਾਤਮਾ ਸਾਡੇ ਦੇਸ਼ ਨੂੰ ਹੋਰ ਤਰੱਕੀਆਂ ਤੇ ਲਿਜਾਵੇ। ਹਾਂਜੀ, ਰਿਪਬਲਿਕ ਡੇ ਕਿਉਂ ਮਨਾਇਆ ਜਾਂਦਾ? ਰਿਪਬਲਿਕ ਡੇ ਇਸ ਲਈ ਮਨਾਇਆ ਜਾਂਦਾ ਹੈ ਕਿ ਸਾਡੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਇਸ ਦਿਨ 26 ਜਨਵਰੀ ਵਾਲੇ ਦਿਨ 1950 ਵਿੱਚ ਸੰਵਿਧਾਨ ਲਾਗੂ ਹੋਇਆ ਸੀ, ਜੋ ਕਿ ਕਹਿੰਦੇ ਆਪਾਂ ਕਾਨੂੰਨ ਜਾਂ ਕਹਿ ਦਈਏ ਰੂਲਸ ਐਂਡ ਰੈਗੂਲੇਸ਼ਨਸ ਸਾਡੇ ਜਿਹੜੇ ਲਾਗੂ ਹੋਏ ਸੀਗੇ ਉਹ ਇਸ ਦਿਨ ਲਾਗੂ ਹੋਏ ਸੀਗੇ। ਅੱਛਾ, ਇਸ ਦਿਨ ਕਿਸ ਤਰ੍ਹਾਂ ਪੂਰਾ ਦੇਸ਼ ਸੈਲੀਬ੍ਰੇਟ ਕਰਦਾ ਹੈ? ਪੂਰਾ ਦੇਸ਼ ਜੇ ਦੇਖੋ 26 ਜਨਵਰੀ ਦੇ ਵਾਲੇ ਦਿਨ ਪਰੇਡ ਹੁੰਦੀ ਹੈ, ਪਹਿਲੇ ਸਵੇਰ ਤੋਂ ਹੀ ਪਰੇਡ ਕੀਤੀ ਜਾਂਦੀ ਹੈ, ਜਿੰਦੇ ਵਿੱਚ ਅਲੱਗ-ਅਲੱਗ ਜਗ੍ਹਾ ਤੋਂ ਬੱਚੇ ਵੀ ਆਉਂਦੇ ਹੈ ਔਰ ਅਲੱਗ-ਅਲੱਗ ਦੇਸ਼ਾਂ ਨੂੰ ਉੱਥੇ ਦਿਖਾਇਆ ਜਾਂਦਾ, ਉਹਨਾਂ ਦੇ ਕਲਚਰ ਨੂੰ ਪ੍ਰਮੋਟ ਕੀਤਾ ਜਾਂਦਾ, ਉਹਨਾਂ ਦਾ ਕਲਚਰ ਦਿਖਾਇਆ ਜਾਂਦਾ ਕਿ ਸਾਡਾ ਇੰਡੀਆ ਦੇ ਵਿੱਚ ਕਿੰਨਾ ਰਿਚ ਕਲਚਰ ਹੈ। ਉਹ ਸਾਰੇ ਜਿੰਨੇ ਵੀ ਕੰਟਰੀਜ਼ ਹੈ ਸਾਰਿਆਂ ਨੂੰ ਉੱਥੇ ਉਹ ਦਿਖਾਇਆ ਜਾਂਦਾ ਸਾਰੇ, ਸੋ ਉਹਨਾਂ ਦੇ ਕਲਚਰ। ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹੁੰਦੀ ਹਾਂ ਮੇਰੇ ਇਸ ਮੌਕੇ ਦੇ ਉੱਪਰ ਮੇਰੇ ਕੋਲ ਇੱਕ ਗਾਣਾ ਹੈਗਾ ਵੈ, ਧਰਤੀ ਸੁਨਹਿਰੀ ਅੰਬਰ ਨੀਲਾ ਹੋ, धरती सुनहरी अंबर नीला, हर मौसम रंगीला, ऐसा देश है मेरा, हाँ ऐसा देश है मेरा। मैं कहूँगी हर करम अपना करेंगे, हर करम अपना करेंगे, ए वतन तेरे लिए दिल दिया है, जान भी देंगे, ए वतन तेरे लिए। आई एम प्राउड टू बी इंडियन। थैंक यू सो मच। ਛੋਟੇ ਹੁੰਦੇ ਨਾ ਬਹੁਤ ਇੰਤਜ਼ਾਰ ਰਹਿੰਦਾ ਸੀ ਪਰੇਡ ਸ਼ੁਰੂ ਹੁੰਦਾ, ਕਿਉਂਕਿ ਉਹਦੇ ਉੱਪਰ ਨਾ ਐਰੋਪਲੇਨ ਔਰ ਹੈਲੀਕਾਪਟਰ ਨਿਕਲਣੇ ਹੁੰਦੇ ਸੀ। ਜਦੋਂ ਛੋਟੇ ਹਰ ਬੱਚੇ ਨੂੰ ਆਦਤ ਹੁੰਦੀ ਕਿ ਘਰੋਂ ਕੁਝ ਨਿਕਲੇ ਭੱਜਿਆ ਬਾਹਰ ਜਾਂਦਾ ਹੁੰਦਾ ਹੈ ਨਾ। ਤੇ ਕਿੰਨਾ ਐਕਸਾਈਟਮੈਂਟ ਰਹਿੰਦੀ ਸੀ ਪਰੇਡ ਦੇ ਉਸ ਸਮੇਂ ਤੇ ਅੱਜ ਕਿੰਨੀ ਹੈ? ਮੈਨੂੰ ਲੱਗਦਾ ਹੈ ਕਿ ਹੁਣ ਘਟ ਗਈ ਹੈ। ਪਹਿਲੇ ਬੱਚਿਆਂ ਨੂੰ ਪਤਾ ਹੈ ਕਿ ਪਰੇਡ ਹੁੰਦੀ ਹੈ, 19 ਵਜੇ ਤੱਕ ਤੇ ਛੁੱਟੀ ਵਾਲਾ ਦਿਨ ਹੁੰਦਾ, ਬੱਚੇ ਉੱਠੇ ਵੀ ਨਹੀਂ ਹੁੰਦੇ ਨੇ। ਪਰ ਸਾਨੂੰ ਹੁੰਦਾ ਸੀਗਾ ਕਿ ਟੀਵੀ ਦੇ ਉੱਪਰ ਅਸੀਂ ਲਗਾ ਕੇ ਦੇਖਣਾ ਵੀ ਜਦੋਂ ਹੈ ਉਹ ਇੱਕ ਦੂਸਰੇ ਦੇ ਹੈਲੀਕਾਪਟਰ ਵਗੈਰਾ ਜਾਂ ਐਰੋਪਲੇਨ ਨਿਕਲਦੇ ਹੁੰਦੇ ਸੀ, ਬੜਾ ਹੀ ਵਧੀਆ ਲੱਗਦਾ ਹੁੰਦਾ ਸੀ। ਔਰ ਇੱਕ ਦੂਸਰੇ ਨਾਲ ਅਸੀਂ ਦੂਸਰੇ ਦਿਨ ਡਿਸਕਸ ਵੀ ਕਰਦੇ, ਉਹ ਦੇਖਾ ਤਾਂ ਨਾ। ਤੇ ਉਹੀ ਚੀਜ਼ਾਂ ਨੇ ਕਿ ਜਿਹੜੀਆਂ ਮੈਂ ਅੱਜ ਇੱਕ ਪਲੇ ਕੀਤਾ ਸੀ, ਉਹਦੇ ਵਿੱਚ ਵੀ ਮੇਰਾ ਇਹੀ ਹੈ ਸੀਗਾ ਕਿ ਜਿਵੇਂ ਰਿਸ਼ਤਿਆਂ ਦੇ ਵਿੱਚ ਮੋਹ ਮਾਇਆ ਘਟਦੀ ਜਾਂਦੀ ਹੈ, ਮੈਨੂੰ ਲੱਗਦਾ ਬੱਚਿਆਂ ਦਾ ਇਹ ਸਾਰੀ ਚੀਜ਼ਾਂ ਤੋਂ ਮੋਹ ਹਟ ਗਿਆ ਹੈ। ਤੇ ਜਿਹਦੇ ਲਈ ਬੱਚਿਆਂ 'ਚ ਦੇਸ਼ ਭਗਤੀ ਦੀ ਭਾਵਨਾ ਜਗਾਉਣ ਦੇ ਲਈ ਕੁਛ ਨਾ ਕੁਛ ਕੰਮ ਕਰਦੇ ਰਹਿਣਾ ਚਾਹੀਦਾ। ਮੈਂ ਵੀ ਇਹੀ ਕਹੂੰਗੀ ਕਿ ਅਸੀਂ ਪਰੇਡ ਦੇ ਵਿੱਚ ਅਸੀਂ ਛੋਟੇ ਹੁੰਦੇ ਬਹੁਤ ਇੰਤਜ਼ਾਰ ਕਰਦੇ ਸੀ। ਜਦੋਂ ਵੀ ਐਰੋਪਲੇਨ ਜਾਣਾ ਅਸੀਂ ਕਹਿਣਾ ਕਿ ਦੇਖੋ ਐਰੋਪਲੇਨ ਦੇ ਥਰੂ ਫੁੱਲਾਂ ਦੀ ਵਰਖਾ ਹੋ ਰਹੀ ਹੈ, ਐਰੋਪਲੇਨ ਪਰਚੀਆਂ ਕਲਰਫੁਲ ਰੰਗੀਲੀਆਂ ਪਰਚੀਆਂ ਗਿਰਾ ਰਿਹਾ, ਮਤਲਬ ਬੜਾ ਐਕਸਾਈਟਡ ਹੁੰਦਾ ਸੀ। ਬਟ ਅੱਜ ਦੇ ਟਾਈਮ ਵਿੱਚ ਬੱਚਿਆਂ ਨੂੰ ਮੈਨੂੰ ਲੱਗਦਾ ਹੀ ਨਹੀਂ ਕਿ ਪਤਾ ਹੁੰਦਾ, ਕਿਉਂਕਿ ਬੱਚੇ ਸੁੱਤੇ ਹੀ ਰਹਿੰਦੇ ਆ ਟੀਵੀ, ਕਿਉਂਕਿ 9 ਵਜੇ ਪਰੇਡ ਦਾ ਟਾਈਮ ਹੁੰਦਾ, ਉਸ ਟਾਈਮ ਬੱਚਿਆਂ ਦਾ ਪਤਾ ਵੀ ਨਹੀਂ ਹੁੰਦਾ ਕਿਹੜੀ ਦੁਨੀਆ 'ਚ ਹੁੰਦੇ ਆ। ਔਰ ਜਿਹੜੇ ਸਿਰਫ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਉੱਥੇ ਪਾਰਟਿਸਿਪੇਟ ਕਰਨਗੇ ਹੁੰਦੇ, ਸਿਰਫ ਉਹਨਾਂ ਨੂੰ ਹੀ ਪਤਾ ਹੁੰਦਾ ਕਿ ਇੱਕ ਐਰੋਪਲੇਨ ਆਇਆ, ਉਹਨੇ ਸਭ ਕੀਤਾ। ਬਟ ਸਾਡੇ ਟਾਈਮ ਤੇ ਔਰ ਅੱਜ ਦੇ ਟਾਈਮ ਵਿੱਚ ਬਹੁਤ ਡਿਫਰੈਂਸ ਹੈ। ਤੇ ਮੈਂ ਤਾਂ ਇਹੀ ਕਹੂੰਗੀ ਕਿ ਇਹ ਚੀਜ਼ਾਂ ਨੂੰ ਅੱਗੇ ਵਧਾਉਣ ਵਾਸਤੇ ਸਾਡੇ ਦੇਸ਼ ਦੇ ਸਭ ਲੋਕਾਂ ਨੂੰ ਇੱਕ ਯੂਨਿਟੀ ਕਰਕੇ ਪਿਆਰ ਦਾ ਸੰਦੇਸ਼ ਦੇਣਾ ਚਾਹੀਦਾ ਹੈ। ਇਹੀ ਮੈਸੇਜ ਦੇਣਾ ਚਾਹੀਦਾ ਕਿ ਤੁਸੀਂ ਇੱਕ ਦੂਜੇ ਨਾਲ ਮਿਲ ਕੇ ਰਹੋ, ਨਫ਼ਰਤਾਂ ਨੂੰ ਦੂਰ ਹਟਾਓ ਤੇ ਅੱਗੇ ਹੀ ਇੱਦਾਂ ਦੇ ਮੈਸੇਜ ਦਿਓ ਕਿ ਦੇਸ਼ ਭਗਤੀ ਸਾਡੀ ਅੱਗੇ ਅੱਗੇ ਚੱਲੇ, ਦੇਸ਼ ਭਗਤੀ ਦੀ ਭਾਵਨਾ ਸਾਡੇ ਹਰ ਇੱਕ ਬੱਚੇ ਦੇ ਵਿੱਚ ਆਵੇ ਕਿ ਆਪਣੇ ਦੇਸ਼ਾਂ ਨੂੰ ਛੱਡ ਕੇ ਜਿਹੜੇ ਬੱਚੇ ਬਾਹਰ ਵੀ ਜਾ ਰਹੇ ਨੇ, ਮੈਂ ਇਹੀ ਕਹੂੰਗੀ ਕਿ ਤੁਹਾਡੇ ਦੇਸ਼ ਵਿੱਚ ਸਭ ਕੁਝ ਹੈ, ਤੁਸੀਂ ਆਪਣੇ ਆਪ ਨੂੰ ਆਪਣੇ ਦੇਸ਼ ਨੂੰ ਅੱਗੇ ਇਸ ਕਾਬਲ ਤੱਕ ਪਹੁੰਚਾਓ ਕਿ ਸਾਡੇ ਦੇਸ਼ ਦੇ ਬੱਚਿਆਂ ਨੂੰ ਲੋੜ ਹੀ ਨਾ ਪਏ ਬਾਹਰ ਜਾਣ ਦੀ। ਸੋ ਦਿਸ ਇਜ਼ ਛੋਟੀ ਜਿਹੀ ਚੀਜ਼ ਮੈਂ ਕਹਿਣਾ ਚਾਹੁੰਦੀ ਹਾਂ ਕਿ ਜਿਵੇਂ ਜਦੋਂ ਅਸੀਂ ਘਰ ਦੇ ਵਿੱਚ ਬੈਠ ਕੇ ਵੀ ਪਰੇਡ ਦੇਖਦੇ ਸੀ ਨਾ, ਤੇ ਜਦੋਂ ਸਾਡਾ ਰਾਸ਼ਟਰ ਗੀਤ ਹੁੰਦਾ ਸੀ, ਰਾਸ਼ਟਰਗਾਨ ਹੁੰਦਾ ਸੀ, ਤੇ ਅਸੀਂ ਉੱਥੇ ਹੀ ਖਲੋ ਜਾਣਾ ਤੇ ਸਲੂਟ ਦੇਣਾ, ਬਿਲਕੁਲ ਸਟਿਲ ਖੜੇ ਰਹਿਣਾ। ਤੇ ਅੱਜ ਕੱਲ੍ਹ ਜੋ ਥੀਏਟਰਸ ਦੇ ਵਿੱਚ ਜਦੋਂ ਲਗਾਇਆ ਜਾਂਦਾ ਨਾ ਰਾਸ਼ਟਰੀ ਗੀਤ, ਤੇ ਉਦੋਂ ਵੀ ਬੱਚੇ ਸੀਟ ਤੋਂ ਉੱਠਣ ਲੱਗੇ 10 ਵਾਰੀ ਸੋਚਦੇ ਅਰੇ ਰਹਿਣੇ ਦੋ, ਆਪ ਕੀ ਕਰ ਰਹੇ ਹੋ। ਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਬੜੀਆਂ ਕੁਰਬਾਨੀਆਂ ਤੋਂ ਬਾਅਦ ਬਹੁਤ ਕੁਝ ਦਿੱਤਾ ਹੈ ਸਾਡੇ ਵੱਡਿਆਂ ਨੇ, ਤੇ ਇੰਨੀ ਕੁਰਬਾਨੀਆਂ ਤੋਂ ਬਾਅਦ ਸਾਨੂੰ ਇਹ ਇੰਨਾ ਪਿਆਰਾ ਝੰਡਾ ਮਿਲਿਆ ਹੈ। ਤੇ ਜੇ ਮੇਨ ਮੌਕਿਆਂ ਤੇ ਲਹਿਰਾਇਆ ਜਾਂਦਾ ਤੇ ਇਹਨੂੰ ਜ਼ਰੂਰ ਹੀ ਜ਼ਰੂਰ ਸਾਨੂੰ ਆਪਣਾ ਪਿਆਰ ਔਰ ਪ੍ਰਣਾਮ ਦੇਣਾ ਚਾਹੀਦਾ। ਜੈ ਹਿੰਦ। ਜੈ ਹਿੰਦ। तो दोस्तों देखा है कि लुधियाना वासी जिन्होंने अपने अपने तरीके नाल दस्सिया कि रिपब्लिक डे क्यों सैलीब्रेट किया जाता है। एक बार फिर लुधियाना लाइव सारी टीम वालों आप सबनों रिपब्लिक डे दी बहुत बहुत मुबारक। लुधियाना लाइव पेज लाइक करो, सबसक्राइब करो, प्रोग्राम वधिया लगे सो प्लीज शेयर जरूर करो। सो कैमरा पर्सन हरजीत के नाल हरदीप दुआ नूं दिओ इजाजत। धन्यवाद।